संत मरकुस दी अंजील अध्याय 8 4000 ਨੂੰ ਰਜਾਉਣਾ। ਉਹਨੀ ਦਿਨੀ ਜਦੋਂ ਇੱਕ ਵੱਡੀ ਭੀੜ ਫਿਰ ਇਕੱਠੀ ਹੋਈ ਅਤੇ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ, ਤਾਂ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, ਮੈਨੂੰ ਇਹਨਾਂ ਲੋਕਾਂ 'ਤੇ ਤਰਸ ਆਉਂਦਾ ਹੈ, ਕਿਉਂਕਿ ਇਹ ਲੋਕ 3 ਦਿਨਾਂ ਤੋਂ ਮੇਰੇ ਨਾਲ ਹਨ ਅਤੇ ਇਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ। ਜੇਕਰ ਮੈਂ ਇਹਨਾਂ ਨੂੰ ਭੁੱਖਿਆਂ ਕਰ ਘੱਲ ਦੇਵਾਂ, ਇਹ ਰਾਹ ਵਿੱਚ ਮੰਦੇ ਪੈ ਜਾਣਗੇ। ਇਹਨਾਂ ਵਿੱਚੋਂ ਕੁਝ ਬਹੁਤ ਦੂਰੋਂ ਆਏ ਹੋਏ ਹਨ। ਉਸਦੇ ਚੇਲਿਆਂ ਨੇ ਉਸਨੂੰ ਉੱਤਰ ਦਿੱਤਾ, ਕੋਈ ਕਿਸ ਤਰ੍ਹਾਂ ਇਸ ਉਜਾੜ ਥਾਂ ਵਿੱਚ ਇਹਨਾਂ ਲੋਕਾਂ ਨੂੰ ਰੋਟੀ ਖਵਾ ਸਕਦਾ ਹੈ? ਉਸਨੇ ਉਹਨਾਂ ਤੋਂ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹਨਾਂ ਨੇ ਕਿਹਾ, 7। ਯੀਸ਼ੂ ਨੇ ਭੀੜ ਨੂੰ ਜ਼ਮੀਨ ਉੱਤੇ ਬੈਠਣ ਦੀ ਆਗਿਆ ਦਿੱਤੀ। ਫਿਰ ਉਸਨੇ 7 ਰੋਟੀਆਂ ਲਈਆਂ ਅਤੇ ਧੰਨਵਾਦ ਦੇਣ ਦੇ ਬਾਅਦ ਉਹਨਾਂ ਨੂੰ ਤੋੜ ਕੇ ਚੇਲਿਆਂ ਨੂੰ ਦਿੱਤਾ ਕਿ ਉਹ ਉਹਨਾਂ ਨੂੰ ਲੋਕਾਂ ਅੱਗੇ ਪਰੋਸ ਦੇਣ। ਉਹਨਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ। ਉਹਨਾਂ ਨੂੰ ਅਸੀਸ ਦੇਣ ਦੇ ਬਾਅਦ ਉਸਨੇ ਆਗਿਆ ਦਿੱਤੀ ਕਿ ਉਹ ਵੀ ਲੋਕਾਂ ਅੱਗੇ ਪਰੋਸ ਦਿੱਤੀਆਂ ਜਾਣ। ਸਾਰਿਆਂ ਨੇ ਖਾਧਾ ਅਤੇ ਰੱਜ ਗਏ। ਫਿਰ ਉਹਨਾਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕੀਤਾ ਅਤੇ 7 ਟੋਕਰੇ ਭਰੇ। ਉੱਥੇ ਲਗਭਗ 4000 ਲੋਕ ਸਨ। ਯੀਸ਼ੂ ਨੇ ਲੋਕਾਂ ਨੂੰ ਵਿਦਾ ਕੀਤਾ। ਫਿਰ ਤੁਰੰਤ ਉਹ ਆਪਣੇ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਚੜ੍ਹ ਕੇ ਦਲਮਾਨੂਥਾ ਦੇ ਇਲਾਕੇ ਨੂੰ ਚਲਾ ਗਿਆ। ਨਿਸ਼ਾਨ ਦੀ ਮੰਗ। ਫਰੀਸੀ ਆ ਕੇ ਉਸ ਦੇ ਨਾਲ ਬਹਿਸ ਕਰਨ ਲੱਗੇ ਅਤੇ ਉਸ ਦੀ ਪ੍ਰੀਖਿਆ ਲੈਣ ਲਈ ਆਕਾਸ਼ ਤੋਂ ਕੋਈ ਨਿਸ਼ਾਨ ਮੰਗਣ ਲੱਗੇ। ਉਸਨੇ ਆਪਣੇ ਅੰਦਰ ਡੂੰਘੀ ਆ ਭਰੀ ਅਤੇ ਕਿਹਾ, ਇਹ ਪੀੜ੍ਹੀ ਕਿਉਂ ਨਿਸ਼ਾਨ ਮੰਗਦੀ ਹੈ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਪੀੜ੍ਹੀ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਤਦ ਉਹ ਉਹਨਾਂ ਨੂੰ ਛੱਡ ਕੇ ਫਿਰ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਦੂਜੇ ਪਾਰ ਚਲਾ ਗਿਆ। ਫਰੀਸੀਆਂ ਦਾ ਅਤੇ ਹੈਰੋਦੀਸ ਦਾ ਖਮੀਰ। ਚੇਲੇ ਰੋਟੀ ਲਿਆਉਣਾ ਭੁੱਲ ਗਏ ਸਨ ਅਤੇ ਉਹਨਾਂ ਕੋਲ ਕਿਸ਼ਤੀ ਵਿੱਚ ਇੱਕ ਹੀ ਰੋਟੀ ਸੀ। ਉਸਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਚੇਤਾਵਨੀ ਦਿੱਤੀ, ਧਿਆਨ ਦਿਓ, ਫਰੀਸੀਆਂ ਦੇ ਅਤੇ ਹੈਰੋਦੇਸ ਦੇ ਖਮੀਰ ਤੋਂ ਸਾਵਧਾਨ ਰਹੋ। ਉਹ ਇਸ ਬਾਰੇ ਆਪਸ ਵਿੱਚ ਇਹ ਕਹਿੰਦੇ ਹੋਏ ਬਹਿਸੇ, ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ। ਅਤੇ ਯੀਸ਼ੂ ਨੇ ਇਹ ਜਾਣਦੇ ਹੋਏ ਉਹਨਾਂ ਨੂੰ ਕਿਹਾ, ਤੁਸੀਂ ਇਸ ਗੱਲ ਬਾਰੇ ਬਹਿਸ ਕਿਸ ਲਈ ਕਰਦੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ? ਕੀ ਤੁਸੀਂ ਅਜੇ ਤੱਕ ਨਹੀਂ ਵੇਖਦੇ ਜਾਂ ਨਹੀਂ ਸਮਝਦੇ? ਕੀ ਤੁਹਾਡੇ ਦਿਲ ਪੱਥਰ ਹੋ ਗਏ ਹਨ? ਅੱਖਾਂ ਹੁੰਦਿਆਂ ਵੀ ਤੁਸੀਂ ਵੇਖਦੇ ਨਹੀਂ ਅਤੇ ਕੰਨ ਹੁੰਦਿਆਂ ਵੀ ਤੁਸੀਂ ਸੁਣਦੇ ਨਹੀਂ। ਕੀ ਤੁਹਾਨੂੰ ਯਾਦ ਨਹੀਂ ਹੈ ਜਦੋਂ ਮੈਂ 5000 ਲੋਕਾਂ ਦੇ ਲਈ 5 ਰੋਟੀਆਂ ਤੋੜੀਆਂ ਸੀ, ਤਾਂ ਤੁਸੀਂ ਇਕੱਠੇ ਕੀਤੇ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਸਨ? ਉਹਨਾਂ ਨੇ ਉਸ ਨੂੰ ਕਿਹਾ, 12। ਅਤੇ ਜਦੋਂ ਮੈਂ 4000 ਦੇ ਲਈ 7 ਰੋਟੀਆਂ ਤੋੜੀਆਂ, ਤਾਂ ਤੁਸੀਂ ਇਕੱਠੇ ਕੀਤੇ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਸਨ? ਉਹਨਾਂ ਨੇ ਉਸ ਨੂੰ ਕਿਹਾ, 7। ਤਦ ਉਸਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਅਜੇ ਵੀ ਨਹੀਂ ਸਮਝੇ? ਬੈਤਸੈਦਾ ਵਿੱਚ ਇੱਕ ਅੰਨੇ ਨੂੰ ਸੁਜਾਖਾ ਕਰਨਾ। ਉਹ ਬੈਤਸੈਦਾ ਪਹੁੰਚੇ। ਕੁਝ ਲੋਕਾਂ ਨੇ ਇੱਕ ਅੰਨੇ ਆਦਮੀ ਨੂੰ ਉਸ ਕੋਲ ਲਿਆਂਦਾ
ਅਤੇ ਉਸ ਅੱਗੇ ਮਿੰਨਤ ਕੀਤੀ ਕਿ ਉਹ ਉਸ ਨੂੰ ਛੂਏ। ਉਹ ਅੰਨੇ ਦਾ ਹੱਥ ਫੜ ਕੇ ਉਸ ਨੂੰ ਪਿੰਡ ਦੇ ਬਾਹਰ ਲੈ ਗਿਆ। ਫਿਰ ਉਸ ਨੇ ਉਸ ਦੀਆਂ ਅੱਖਾਂ ਉੱਤੇ ਥੁੱਕ ਕੇ ਉਸ ਉੱਤੇ ਆਪਣੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ, ਕੀ ਤੈਨੂੰ ਕੁਝ ਦਿਖਾਈ ਦਿੰਦਾ ਹੈ? ਉਸਨੇ ਉਤਾਂਹ ਵੇਖਿਆ ਅਤੇ ਕਿਹਾ, ਮੈਂ ਲੋਕਾਂ ਨੂੰ ਵੇਖਦਾ ਹਾਂ, ਪਰ ਉਹ ਰੁੱਖਾਂ ਵਰਗੇ ਦਿਖਾਈ ਦਿੰਦੇ ਹਨ, ਪਰ ਚੱਲਦੇ ਹਨ। ਯੀਸ਼ੂ ਨੇ ਫਿਰ ਆਪਣੇ ਹੱਥ ਉਸ ਦੀਆਂ ਅੱਖਾਂ ਉੱਤੇ ਰੱਖੇ। ਉਸ ਆਦਮੀ ਨੇ ਨੀਝ ਨਾਲ ਵੇਖਿਆ ਅਤੇ ਉਹ ਚੰਗਾ ਹੋ ਗਿਆ ਅਤੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗ ਪਿਆ। ਯੀਸ਼ੂ ਨੇ ਇਹ ਕਹਿੰਦੇ ਹੋਏ ਉਸ ਨੂੰ ਘਰ ਘੱਲ ਦਿੱਤਾ, ਤੂੰ ਇਸ ਪਿੰਡ ਵਿੱਚ ਵੜੀ ਵੀ ਨਾ ਅਤੇ ਨਾ ਹੀ ਪਿੰਡ ਵਿੱਚ ਕਿਸੇ ਨੂੰ ਦੱਸੀ। ਯੀਸ਼ੂ ਬਾਰੇ ਪਤਰਸ ਦਾ ਐਲਾਨ। ਯੀਸ਼ੂ ਆਪਣੇ ਚੇਲਿਆਂ ਦੇ ਨਾਲ ਕੈਸਰੀਆ ਫਿਲਿੱਪੀ ਦੇ ਪਿੰਡਾਂ ਨੂੰ ਗਿਆ ਅਤੇ ਰਾਹ ਵਿੱਚ ਉਸਨੇ ਆਪਣੇ ਚੇਲਿਆਂ ਨੂੰ ਪੁੱਛਿਆ, ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ? ਉਹਨਾਂ ਨੇ ਉਸ ਨੂੰ ਕਿਹਾ, ਯਹੂਨਾ ਬਪਤਿਸਮਾ ਦੇਣ ਵਾਲਾ। ਹੋਰ ਕੁਝ ਲੋਕ ਕਹਿੰਦੇ ਹਨ ਏਲੀਆ ਅਤੇ ਕੁਝ ਹੋਰ ਲੋਕ ਕਹਿੰਦੇ ਹਨ ਨਬੀਆਂ ਵਿੱਚੋਂ ਕੋਈ। ਉਸਨੇ ਉਹਨਾਂ ਨੂੰ ਪੁੱਛਿਆ, ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? ਪਤਰਸ ਨੇ ਉਸ ਨੂੰ ਉੱਤਰ ਦਿੱਤਾ, ਤੁਸੀਂ ਮਸੀਹ ਹੋ। ਉਸਨੇ ਉਹਨਾਂ ਨੂੰ ਸਖਤ ਤਾਕੀਦ ਕੀਤੀ ਕਿ ਉਹ ਉਸ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ। ਮਰਨ ਅਤੇ ਜੀ ਉੱਠਣ ਬਾਰੇ ਅਗੇਤ ਵਾਕ। ਉਹ ਆਪਣੇ ਚੇਲਿਆਂ ਨੂੰ ਇਹ ਸਿਖਾਉਣ ਲੱਗਾ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਕੁਝ ਸਹਿਣਾ ਹੈ। ਉਸਨੂੰ ਬਜ਼ੁਰਗਾਂ, ਪ੍ਰਧਾਨ ਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਵੱਲੋਂ ਰੱਦੇ ਜਾਣਾ ਹੈ, ਮਾਰੇ ਜਾਣਾ ਹੈ ਅਤੇ 3 ਦਿਨਾਂ ਦੇ ਬਾਅਦ ਜੀ ਉੱਠਣਾ ਹੈ। ਉਸਨੇ ਇਹ ਸਭ ਬਿਲਕੁਲ ਸਾਫ਼-ਸਾਫ਼ ਦੱਸਿਆ। ਪਤਰਸ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਰੋਸ ਕਰਨ ਲੱਗਾ, ਪਰ ਉਸਨੇ ਪਿੱਛੇ ਮੁੜ ਕੇ ਆਪਣੇ ਚੇਲਿਆਂ ਵੱਲ ਵੇਖਦਿਆਂ ਪਤਰਸ ਨੂੰ ਡਾਂਟਿਆ ਅਤੇ ਆਖਿਆ, ਪਿੱਛੇ ਹਟ ਸ਼ੈਤਾਨ, ਕਿਉਂਕਿ ਤੇਰੀ ਸੋਚ ਖੁਦਾ ਵੱਲ ਦੀ ਨਹੀਂ ਸਗੋਂ ਮਨੁੱਖਾਂ ਵੱਲ ਦੀ ਹੈ। ਯੀਸ਼ੂ ਦੀ ਪੈਰਵੀ ਕਰਨ ਦਾ ਮੁੱਲ। ਉਸਨੇ ਆਪਣੇ ਚੇਲਿਆਂ ਦੇ ਨਾਲ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਆਖਿਆ, ਜੇਕਰ ਕੋਈ ਮੇਰੀ ਪੈਰਵੀ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਤਿਆਗੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਿਆ ਆਵੇ। ਕਿਉਂਕਿ ਜੋ ਕੋਈ ਆਪਣੇ ਜੀਵਨ ਨੂੰ ਬਚਾਈ ਰੱਖਦਾ ਹੈ ਉਹ ਉਸ ਨੂੰ ਗੁਆਏਗਾ, ਅਤੇ ਜੋ ਕੋਈ ਆਪਣੇ ਜੀਵਨ ਨੂੰ ਮੇਰੇ ਅਤੇ ਪਵਿੱਤਰ ਅੰਜੀਲ ਦੀ ਖਾਤਰ ਗੁਆਉਂਦਾ ਹੈ ਉਹ ਉਸ ਨੂੰ ਬਚਾਏਗਾ। ਕਿਉਂਕਿ ਮਨੁੱਖ ਨੂੰ ਕੀ ਫਾਇਦਾ ਜੇਕਰ ਉਹ ਸਾਰਾ ਸੰਸਾਰ ਜਿੱਤ ਲਵੇ ਅਤੇ ਆਪਣਾ ਜੀਵਨ ਗਵਾ ਦੇਵੇ? ਮਨੁੱਖ ਆਪਣੇ ਜੀਵਨ ਦੇ ਬਦਲੇ ਕੀ ਦੇ ਸਕਦਾ ਹੈ? ਕਿਉਂਕਿ ਜੋ ਕੋਈ ਇਸ ਦੁਸ਼ਟ ਅਤੇ ਪਾਪੀ ਪੀੜ੍ਹੀ ਵਿੱਚ ਮੇਰੇ ਤੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਉਂਦਾ ਹੈ ਤਾਂ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ ਜਦੋਂ ਉਹ ਪਵਿੱਤਰ ਫਰਿਸ਼ਤਿਆਂ ਦੇ ਨਾਲ ਆਪਣੇ ਬਾਪ ਦੀ ਮਹਿਮਾ ਵਿੱਚ ਆਵੇਗਾ।